ਨਿੱਕਿਆਂ ਹੁੰਦਿਆਂ ਝੰਗ ਮਗਿਆਣਾ ਸ਼ਬਦ ਕੰਨਾਂ ਵਿੱਚ ਆਮ ਪੈਂਦਾ ਸੀ, ਪਰ ਮੈਨੂੰ ਅੱਜ ਤੀਕ ਇਹ ਨਹੀਂ ਸੀ ਪਤਾ ਕਿ ਝੰਗ ਅਤੇ ਮਗਿਆਣਾ ਨਾਲ-ਨਾਲ ਲੱਗਦੇ ਦੋ ਵੱਖਰੇ-ਵੱਖਰੇ ਸ਼ਹਿਰ ਹਨ ਅਤੇ ਹੀਰ ਦੀ ਕਬਰ ਝੰਗ ਵਿੱਚ ਨਹੀਂ, ਸਗੋਂ ਮਗਿਆਣੇ ਵਿੱਚ ਹੈ। ਪੰਜਾਬ ਦੇ ਹੋਰ ਸ਼ਹਿਰਾਂ ਦੀਆਂ ਗਲੀਆਂ ਵਾਂਗਰ ਹੀ ਇੱਕ ਗਲੀ ਵਿੱਚ ਪ੍ਰੋਫੈਸਰ ਅੰਜੁਮ ਤਕੀ ਸਾਹਿਬ ਦਾ ਘਰ ਸੀ। ਕਾਲਜੋਂ ਆ ਕੇ ਉਹ ਜੁੰਮੇ ਦੀ ਨਮਾਜ਼ ਪੜ੍ਹਨ ਚਲੇ ਗਏ ਸਨ। ਥੋੜਾ ਚਿਰ ਉਡੀਕਣ ਤੋਂ ਬਾਅਦ ਉਹ ਤਸ਼ਰੀਫ ਲਿਆਏ ਅਤੇ ਉਹਨਾਂ ਦੀ ਅਭੁੱਲ ਸ਼ਖਸੀਅਤ ਨਾਲ ਮੇਰਾ ਤਾਰੁਫ ਹੋਇਆ। ਅੰਜੁਮ ਤਕੀ ਮਹਾਜਰ ਹਨ, ਮਤਲਬ ਵੰਡ ਦੇ ਜ਼ਮਾਨੇ ਵਿੱਚ ਹਿੰਦੁਸਤਾਨੋਂ ਹਿਜਰਤ ਕਰਕੇ ਇੱਥੇ ਆ ਵਸੇ ਹਨ। ਸ਼ਰਨਾਰਥੀ ਸ਼ਬਦ ਦੇ ਮੁਕਾਬਲੇ ਵਿੱਚ ਮੁਹਾਜਰ ਲਫ਼ਜ਼ ਮੈਨੂੰ ਬੜਾ ਚੰਗਾ ਲੱਗਿਆ। ਇਸ ਵਿੱਚੋਂ ਤਿਰਸਕਾਰ ਅਤੇ ਅਪਮਾਨ ਦੀ ਬੋ ਨਹੀਂ ਆਉਂਦੀ। ਅੰਜੁਮ ਜੀ ਦਾ ਪਿਛਲਾ ਵਤਨ ਬਦਾਯੂੰ ਹੈ। ਫਿਲਮਾਂ ਦੇ ਸੁਪ੍ਰਸਿੱਧ ਗੀਤਕਾਰ ਅਤੇ ਉਰਦੂ ਕਵੀ ਸ਼ਕੀਲ ਬਦਾਯੂਨੀ ਸਕੂਲ ਤੇ ਕਾਲਜ ਵਿੱਚ ਉਹਨਾਂ ਦੇ ਜਮਾਤੀ ਸਨ। ਅੰਜੁਮ ਦੀ ਉਮਰ 40 ਦੇ ਲਗਭਗ ਹੋਵੇਗੀ, ਪਰ ਵਾਲ ਵਕਤ ਤੋਂ ਪਹਿਲਾਂ ਸਫੈਦ ਹੋ ਚੁੱਕੇ ਹਨ। ਉਹਨਾਂ ਦੀਆਂ ਅੱਖਾਂ ਵਿੱਚ ਬੜਾ ਦਰਦ ਹੈ, ਜਿਵੇਂ ਬਿਨ ਪੁੱਛੇ ਦੱਸ ਰਹੀਆਂ ਹੋਣ ਕਿ ਜ਼ਿੰਦਗੀ ਨੇ ਹੱਦਾਂ ਟੱਪ ਕੇ ਉਹਨਾਂ ਉੱਪਰ ਸਖਤੀਆਂ ਕੀਤੀਆਂ ਹਨ। ਬੜਾ ਹੀ ਨਹੀਫ ਤੇ ਸੁਬਕ ਸਰੀਰ, ਜਿਵੇਂ ਹਰ ਅਜਾਣੀ ਛੋਹ ਤੋਂ ਕਤਰਾਣ ਦਾ ਖਾਹਿਸ਼ਮੰਦ ਹੋਵੇ। ਕਹਿਣ ਲੱਗੇ, सामान कहाँ है आपका? वो तो डॉक्टर साहब नजीर साहब जी की हिदायत के मुताबिक मैं गेस्ट हाउस में ही छोड़ आया हूँ। वाह, भला ये कैसे हो सकता है? उन्होंने तो फोन पर कहा था कि आप मेरे पास ही ठहरेंगे। पहले आपको साथ लेकर मुझे पुलिस स्टेशन में अपनी पहुंचने की रिपोर्ट लिखवानी है। उसके बाद जहां आप कहेंगे रात गुजार लूंगा। रात गुजार लूंगा क्या मतलब? आप हमारे शहर में सिर्फ एक दिन ठहरेंगे? नामुमकिन बात है। खैर, पहले आपको पुलिस स्टेशन की सैर करा लूं, बाकी बाद में देखा जाएगा। मैं रोटी खा चुका सां, पर ਦੁਬਾਰਾ ਫੇਰ ਖਾਣੀ ਪਈ ਕਿਉਂਕਿ ਉਹਨਾਂ ਮੇਰੇ ਲਈ ਤਿਆਰੀ ਕੀਤੀ ਹੋਈ ਸੀ। ਸਗੋਂ ਆਪਣੇ ਇੱਕ ਗੁਆਂਢੀ ਮਿੱਤਰ ਨੂੰ ਵੀ ਬੁਲਾਇਆ ਹੋਇਆ ਸੀ। ਅੰਜੁਮ ਉਹਨਾਂ ਨੂੰ ਸ਼ੇਰੀ ਸਾਹਿਬ ਬੁਲਾਉਂਦੇ ਸਨ। ਸ਼ੇਰੀ ਸਾਹਿਬ ਖਾਸ ਝੰਗ ਦੇ ਹੀ ਵਸਨੀਕ, ਕਿਸੇ ਸਰਕਾਰੀ ਮਹਿਕਮੇ ਵਿੱਚ ਉੱਚੇ ਅਹੁਦੇ ਉੱਤੇ ਲੱਗੇ ਹੋਏ ਹਨ। ਉਹਨਾਂ ਨੂੰ ਵੇਖ ਕੇ ਇੰਜ ਭਾਸਿਆ ਜਿਵੇਂ ਮੈਂ ਉਹਨਾਂ ਨੂੰ ਪਹਿਲਾਂ ਵੀ ਕਿਤੇ ਜ਼ਰੂਰ ਵੇਖਿਆ ਹੈ, ਜਾਂ ਹੋ ਸਕਦਾ ਹੈ ਮੇਰੀ ਪਛਾਣ ਦੇ ਕਿਸੇ ਆਦਮੀ ਦੇ ਨਾਲ ਉਹਨਾਂ ਦੀ ਸ਼ਕਲ ਬਹੁਤ ਮਿਲਦੀ ਹੈ। ਵਤਨੋਂ ਉੱਠ ਕੇ ਆਉਣ ਵੇਲੇ ਅੰਜੁਮ ਤਕੀ ਦੀ ਸ਼ੇਰੀ ਸਾਹਿਬ ਨੇ ਮਦਦ ਹੀ ਨਹੀਂ ਕੀਤੀ, ਸਗੋਂ ਉਹਨਾਂ ਨੂੰ ਆਪਣਾ ਬਣਾ ਲਿਆ। ਸੰਸਾਰਕ ਵਿਹਾਰ ਦੇ ਖੋਰੇਪਨ ਤੋਂ ਘਬਰਾਉਣ ਵਾਲੇ ਤੇ ਦਰੋਂ ਬੇਦਰ ਹੋਏ ਸ਼ਾਇਰ ਨੂੰ ਕਿਸੇ ਦਲੇਰ, ਸੁਹਿਰਦ ਤੇ ਕਰਮਸ਼ੀਲ ਵਿਅਕਤੀ ਦੇ ਸਹਾਰੇ ਦੀ ਲੋੜ ਸੀ, ਜੋ ਸ਼ੇਰੀ ਸਾਹਿਬ ਨੇ ਪੂਰੀ ਕੀਤੀ। ਨਤੀਜਾ ਇਹ ਕਿ ਝੰਗ ਸ਼ਹਿਰ ਅੰਜੁਮ ਨੂੰ ਹੁਣ ਆਪਣੇ ਬਦਾਯੂੰ ਤੋਂ ਵੀ ਜ਼ਿਆਦਾ ਅਜ਼ੀਜ਼ ਹੈ। ਉਹਨਾਂ ਦੀ ਉੱਚੀ ਯੋਗਤਾ ਦੇ ਆਧਾਰ ਤੇ ਉਹਨਾਂ ਨੂੰ ਗਵਰਨਮੈਂਟ ਕਾਲਜ ਲਾਹੌਰ ਦੀ ਪ੍ਰੋਫੈਸਰੀ ਦੀ ਪੇਸ਼ਕਸ਼ ਹੋਈ ਸੀ, ਪਰ ਅੰਜੁਮ ਨੂੰ ਝੰਗ ਛੱਡ ਕੇ ਜਾਣਾ ਮਨਜ਼ੂਰ ਨਾ ਹੋਇਆ। ਇੱਥੇ ਨਿਗੁਣੀ ਜਿਹੀ ਤਨਖਾਹ ਤੇ ਕੰਮ ਕਰਦੇ ਰਹਿਣਾ ਉਹਨੂੰ ਜ਼ਿਆਦਾ ਪਸੰਦ ਸੀ। ਮੁੜ ਵਸਾਊ ਵਿਭਾਗ ਨੇ ਸ਼ਹਿਰ ਦੇ ਕਿਸੇ ਹੋਰ ਇਲਾਕੇ ਵਿੱਚ ਇੱਕ ਮਕਾਨ ਅੰਜੁਮ ਦੇ ਨਾਂ ਅਲਾਟ ਕਰ ਦਿੱਤਾ। ਜੇ ਉਹ ਉਸ ਵਿੱਚ ਚਲਾ ਜਾਂਦਾ ਤਾਂ ਮਕਾਨ ਉਹਦੀ ਆਪਣੀ ਮਲਕੀਅਤ ਬਣ ਜਾਣਾ ਸੀ, ਪਰ ਅੰਜੁਮ ਨੇ ਇਹ ਵੀ ਪ੍ਰਵਾਨ ਨਾ ਕੀਤਾ। ਸ਼ੇਰੀ ਸਾਹਿਬ ਦੇ ਮਕਾਨ ਨਾਲ ਕਾਂਦਰ ਲਾਈ ਖੜੇ ਮਕਾਨ ਵਿੱਚ ਕਿਰਾਏਦਾਰ ਬਣ ਕੇ ਟਿਕੇ ਰਹਿਣਾ ਉਹਨੇ ਬਿਹਤਰ ਖਿਆਲ ਕੀਤਾ। ਉਹਦੇ 6 ਬੱਚੇ ਹਨ ਅਤੇ ਤਨਖਾਹ ਇਹਨਾਂ ਦੀ ਤਾਲੀਮ ਦੇ ਖਰਚ ਲਈ ਵੀ ਪੂਰੀ ਨਹੀਂ ਹੁੰਦੀ, ਪਰ ਅੰਜੁਮ ਨੂੰ ਯਕੀਨ ਹੈ ਕਿ ਉਹ ਸ਼ੇਰੀ ਸਾਹਿਬ ਤੋਂ ਦੂਰ ਰਹਿ ਕੇ ਨਹੀਂ ਜੀ ਸਕਦਾ। ਇਸ ਅਨੋਖੀ ਦੋਸਤੀ ਵਿੱਚੋਂ ਮੈਨੂੰ ਸਿਰਫ ਸ਼ੇਰੀ ਸਾਹਿਬ ਦੇ ਕਿਰਦਾਰ ਦੀ ਹੀ ਨਹੀਂ, ਸਗੋਂ ਸਮੁੱਚੇ ਪੰਜਾਬੀ ਕਿਰਦਾਰ ਦੀ ਵਾਸ਼ਨਾ ਵੀ ਆਈ। ਇੱਥੋਂ ਲੁੱਟੀ-ਪੁੱਟੀ ਗਈ ਜਨਤਾ ਨੇ ਇਸ ਅਣਖੀਲੀ ਸਹਿਣਸ਼ੀਲਤਾ ਅਤੇ ਸਵੈ ਨਿਰਭਰਤਾ ਦਾ ਸਬੂਤ ਦੇ ਕੇ ਹਿੰਦੁਸਤਾਨ ਨੂੰ ਚਕਾਚੌਂਧ ਕੀਤਾ ਸੀ। ਸ਼ੇਰੀ ਸਾਹਿਬ ਦੀ ਉਦਾਰਤਾ ਵੀ ਉਸੇ ਅਣਖ ਦਾ ਇੱਕ ਦੂਜਾ ਪਹਿਲੂ ਸੀ। ਇਨ੍ਹਾਂ ਗੁਣਾਂ ਤੋਂ ਇਲਾਵਾ ਸ਼ੇਰੀ ਸਾਹਿਬ ਸ਼ਾਸਤਰੀ ਸੰਗੀਤ ਦੇ ਵੀ ਮਾਹਰ ਗਿਣੇ ਜਾਂਦੇ ਹਨ, ਪਰ ਵੰਡ ਦੇ ਜ਼ਮਾਨੇ ਦੇ ਘੱਲੂਕਾਰੇ ਨੇ ਇਹ ਚਿਟਕ ਉਹਨਾਂ ਤੋਂ ਹਮੇਸ਼ਾ ਲਈ ਖੋਹ ਲਈ ਹੈ। ਪੁਲਿਸ ਸਟੇਸ਼ਨ ਵੱਲ ਜਾਂਦਿਆਂ ਅੰਜੁਮ ਤਕੀ ਨੇ ਮੇਰੇ ਅੱਗੇ ਫਰਮਾਇਸ਼ ਕੀਤੀ ਕਿ ਮੈਂ ਉਹਨਾਂ ਨਾਲ ਸ਼ੁੱਧ ਹਿੰਦੀ ਵਿੱਚ ਵਾਰਤਾਲਾਪ ਕਰਾਂ। ਕਾਲਜ ਦੇ ਜ਼ਮਾਨੇ ਵਿੱਚ ਉਹਨਾਂ BA ਤੱਕ ਸੰਸਕ੍ਰਿਤ ਪੜ੍ਹੀ ਸੀ ਅਤੇ ਹਿੰਦੀ ਸਾਹਿਤ ਦੇ ਵੀ ਚੋਖੇ ਸ਼ੌਕੀਨ ਸਨ। ਇਸ ਕਾਰਨ ਸੰਸਕ੍ਰਿਤ ਸ਼ਬਦਾਵਲੀ ਸੁਣਨ ਤੇ ਵਰਤਣ ਦੇ ਲਈ ਤਰਸੇ ਹੋਏ ਸਨ। ਪੁਲਿਸ ਸਟੇਸ਼ਨ ਤੋਂ ਪਤਾ ਚੱਲਿਆ ਕਿ ਪਹਿਲਾਂ ਰਿਪੋਰਟ ਸਿਕਿਉਰਿਟੀ ਦਫ਼ਤਰ ਵਿੱਚ ਦੇਣੀ ਪਏਗੀ, ਜੋ ਪੁਲਿਸ ਲਾਈਨ ਵਿੱਚ ਹੈ। ਪੁਲਿਸ ਲਾਈਨ ਪਹੁੰਚੇ ਤਾਂ ਪਤਾ ਲੱਗਿਆ ਕਿ ਸ਼ੁੱਕਰਵਾਰ ਹੋਣ ਕਾਰਨ ਦਫ਼ਤਰ ਬੰਦ ਹੈ। ਸਿਕਿਉਰਿਟੀ ਅਫਸਰ ਸ਼ਾਇਦ ਆਪਣੇ ਘਰ ਮਿਲਣਗੇ। ਘਰ ਗਏ ਤਾਂ ਮਾਲੂਮ ਹੋਇਆ ਕਿ ਨਮਾਜ਼ ਪੜ੍ਹਨ ਗਏ ਸਨ, ਹਾਲਾਂ ਪਰਤੇ ਨਹੀਂ, ਖੌਰੇ ਕਿਸ ਵੇਲੇ ਆਉਣ। ਅੰਜੁਮ ਸਾਹਿਬ ਵੀ ਸੁਣ ਚੁੱਕੇ ਸਨ ਕਿ ਮੇਰੇ ਝੰਗ ਆਉਣ ਦਾ ਮੁੱਖ ਕਾਰਨ ਹੀਰ ਦੀ ਕਬਰ ਵੇਖਣਾ ਹੈ। ਉਹ ਇਸ ਥਾਂ ਤੋਂ ਬਿਲਕੁਲ ਨੇੜੇ ਸੀ। ਉਹਨਾਂ ਰਾਏ ਦਿੱਤੀ ਕਿ ਇਤਨੀ ਦੇਰ ਵਿੱਚ ਉਧਰ ਦਾ ਚੱਕਰ ਮਾਰ ਆਈਏ। ਮੈਂ ਬੜੀ ਖੁਸ਼ੀ ਨਾਲ ਕਬੂਲ ਕੀਤਾ। ਕੱਚੀ ਤੇ ਮਿੱਟੀਆਂ ਮਾਰੀ ਸੜਕ ਉੱਤੇ ਪੁੱਟਿਆ ਇੱਕ ਕਦਮ ਮੈਨੂੰ ਆਪਣੇ ਤਸੱਵਰ ਦੀ ਇਸ ਬਹੁਤ ਪਿਆਰੀ ਚੀਜ਼ ਦੇ ਨੇੜੇ ਲਿਜਾ ਰਿਹਾ ਸੀ। ਵਾਰਿਸ ਸ਼ਾਹ ਦੀ ਹੀਰ
ਸੰਸਾਰ ਦੇ ਸਰਬੋਤਮ ਸਾਹਿਤਕ ਸ਼ਾਹਕਾਰਾਂ ਵਿੱਚੋਂ ਹੈ। ਇਹ ਹਕੀਕਤ ਹਰ ਵਾਰੀ ਪਹਿਲਾਂ ਤੋਂ ਵੱਧ ਮੇਰੇ ਸਾਹਮਣੇ ਆਉਂਦੀ ਹੈ ਜਦੋਂ ਮੈਂ ਇਸ ਅਮਿੱਟ ਪ੍ਰੇਮ ਕਥਾ ਨੂੰ ਚੁੱਕ ਕੇ ਪੜ੍ਹਨ ਲੱਗ ਪੈਂਦਾ ਹਾਂ। ਵਾਰਿਸ ਸ਼ਾਹ ਦੀ ਬਾਣੀ ਵਿੱਚ ਫੁੱਟਦੇ ਚਸ਼ਮਿਆਂ ਵਰਗੀ ਨਿਰਮਲਤਾ ਤੇ ਆਪ ਮੁਹਾਰਾਪਣ ਹੈ। ਹਰ ਤਰ੍ਹਾਂ ਦੇ ਸੁਹਜ ਤੇ ਅਲੰਕਾਰ ਦੇ ਨਾਲ ਸ਼ਿੰਗਾਰੀ ਹੋਈ ਵੀ ਉਹ ਕਦੇ ਸੁਸਤ ਤੇ ਭਾਰੀ ਨਹੀਂ ਹੁੰਦੀ। ਤਾਜ਼ੀ ਤਬਾ ਤੇ ਇਸ਼ਕ ਸਵਾਰ ਕਰਕੇ ਖੱਬੀ ਚਾੜ ਮੈਦਾਨ ਵਿੱਚ ਤੋਰਿਆ ਸੀ, ਹੱਬਾ ਵੀਨ ਕੇ ਜ਼ੀਬ ਬਣਾ ਦਿੱਤਾ, ਕਰਕੇ ਕਾਲਿਆਂ ਬੱਗਿਆਂ ਕਾਗਜ਼ਾਂ ਨੂੰ ਕਦੇ ਸ਼ੇਰ ਨੂੰ ਲੀਕ ਨਾ ਲਾਈਏ ਜੀ। ਕਵਿਤਾ ਦੀ ਕੋਈ ਵੀ ਕਸਵੱਟੀ ਫੜ ਲਓ, ਵਾਰਿਸ ਸ਼ਾਹ ਦੀ ਹੀਰ ਇਮਤਿਹਾਨ ਵਿੱਚ ਪੂਰੀ ਉਤਰੇਗੀ। ਉਹਨੂੰ ਪੜ੍ਹਨ ਵੇਲੇ ਇੰਗਲਿਸਤਾਨ ਦੇ ਅਮਰ ਕਵੀ ਕੀਟਸ ਦੇ ਇੱਕ ਵਾਕ ਵੱਲ ਬਾਰ-ਬਾਰ ਮੇਰਾ ਧਿਆਨ ਜਾਂਦਾ ਹੈ। ਕਵਿਤਾ ਕਵੀ ਕੋਲ ਇੰਝ ਆਉਣੀ ਚਾਹੀਦੀ ਹੈ ਜਿਵੇਂ ਬ੍ਰਿਛ ਤੇ ਉਹਦੇ ਪੱਤੇ, ਨਹੀਂ ਤਾਂ ਇਹ ਉੱਕਾ ਹੀ ਨਹੀਂ ਆਉਣੀ ਚਾਹੀਦੀ। ਪਾਕਿਸਤਾਨ ਦਾ ਪ੍ਰੋਗਰਾਮ ਬਣਾਉਣ ਵੇਲੇ ਮੈਨੂੰ ਝੰਗ ਦਾ ਖਿਆਲ ਨਹੀਂ ਸੀ ਆਇਆ। ਮੈਂ ਕੇਵਲ ਲਾਹੌਰ, ਪਿੰਡੀ, ਮਰੀ, ਭੇਰਾ ਆਦਿ ਥਾਵਾਂ ਦਾ ਫੇਰਾ ਮਾਰਨਾ ਚਾਹੁੰਦਾ ਸਾਂ ਜਿਨ੍ਹਾਂ ਦਾ ਮੇਰੇ ਜੀਵਨ ਦੇ ਨਾਲ ਸੰਬੰਧ ਸੀ। ਪਰ ਤੁਰਨ ਤੋਂ ਪਹਿਲਾਂ ਇੱਕ ਦਿਨ ਫੇਰ ਸਬੱਬੀ ਮੈਂ ਕੀਟਸ ਦੇ ਕਾਵ ਸੰਗ੍ਰਹਿ ਦਾ ਉਹਦਾ ਆਪਣਾ ਲਿਖਿਆ ਮੁੱਖਬੰਧ ਪੜ੍ਹਨ ਬਹਿ ਗਿਆ। ਇਹਦੇ ਵਿੱਚ ਕੀਟਸ ਬਾਰ-ਬਾਰ ਮਾਤ ਭਾਸ਼ਾ ਦਾ ਲਫ਼ਜ਼ ਦੁਹਰਾਉਂਦਾ ਹੈ, ਉਹਦਾ ਨਾਂ ਲੈ ਲੈ ਕੇ ਝੂਮਦਾ ਹੈ ਜਿਵੇਂ ਜ਼ਿੰਦਗੀ ਵਿੱਚ ਉਹ ਉਹਦੀ ਸਭ ਤੋਂ ਪਿਆਰੀ ਚੀਜ਼ ਹੋਵੇ। ਅਤੇ ਅਚਾਨਕ ਮੈਨੂੰ ਖਿਆਲ ਆਇਆ, ਜ਼ਰੂਰ ਵਾਰਿਸ ਸ਼ਾਹ ਨੂੰ ਵੀ ਆਪਣੀ ਪੰਜਾਬੀ ਮਾਤ ਭਾਸ਼ਾ ਨਾਲ ਇਸੇ ਤਰ੍ਹਾਂ ਜਨੂੰਨ ਦੀ ਹੱਦ ਤੱਕ ਇਸ਼ਕ ਹੋਵੇਗਾ। ਇਹੋ ਉਸ ਦੀਆਂ ਅਦੁੱਤੀ ਅਤੇ ਅਣਥੱਕ ਕਾਵੂਡਾਰੀਆਂ ਦਾ ਭੇਤ ਹੈ। ਭਲਾ ਪੰਜਾਬੀ ਜ਼ੁਬਾਨ ਦਾ ਕੋਈ ਸ਼ਬਦ ਐਸਾ ਰਹਿ ਗਿਆ ਹੈ ਜੋ ਉਹਨੇ ਨਾ ਵਰਤਿਆ ਹੋਵੇ? ਪੰਜਾਬੀ ਰਹਿਣ-ਸਹਿਣ ਤੇ ਸੱਭਿਆਚਾਰ ਦੀ ਕੋਈ ਝਾਕੀ ਅਜਿਹੀ ਹੈ ਜੋ ਉਹਨੇ ਨਾ ਪੇਸ਼ ਕੀਤਾ ਹੋਵੇ? ਮਨੁੱਖੀ ਹਿਰਦੇ ਦੀ ਕੋਈ ਤਾਰ ਐਸੀ ਹੈ ਜਿਹੜੀ ਉਸ ਨਾ ਛੇੜੀ ਹੋਵੇ? ਜੂਲੀਅਟ ਵਰਗੀਆਂ ਵਿਸ਼ਵ ਸਾਹਿਤ ਦੀਆਂ ਪ੍ਰਮੁੱਖ ਪ੍ਰੇਮਿਕਾਵਾਂ ਦੀ ਸਫ਼ ਵਿੱਚ ਬੈਠ ਕੇ ਵੀ ਹੀਰ ਕਿਤਨੀ ਪੰਜਾਬਣ ਹੈ। ਫਜ਼ਰ ਹੋਈ ਤੇ ਉੱਠ ਕੇ ਹੀਰ ਜੱਟੀ, ਬੈਠ ਅੰਗਣੇ ਵਿੱਚ ਇਸ਼ਨਾਨ ਕੀਤਾ, ਉਂਦੀ ਪਾਏ ਕੇ ਗਮਾਂ ਦੇ ਵਿੱਚ ਬੈਠੀ, ਰਾਂਝੇ ਯਾਰ ਦੇ ਵੱਲ ਧਿਆਨ ਕੀਤਾ। ਮੈਂ ਤਾਂ ਤੇਰੀ ਅਮਾਨ ਹਾਂ ਰਾਂਝਿਆ ਵੇ, ਦਿਲ ਵਿੱਚ ਇਕਰਾਰ ਈਮਾਨ ਕੀਤਾ, ਤੇਰੇ ਬਾਜ ਨਾ ਅੰਗ ਤੇ ਨੈਣ ਜੋੜਾਂ, ਸ਼ਾਹਦ ਹਾਲ ਦਾ ਰੱਬ ਰਹਿਮਾਨ ਕੀਤਾ। ਕਿਤੇ ਰਾਂਝਣਾ ਨਜ਼ਰ ਨਾ ਆਉਂਦਾ ਏ, ਉਸੇ ਵਕਤ ਹੀ ਜੀ ਗਲਤਾਨ ਕੀਤਾ, ਉੱਬੇ ਸਾਹ ਲੈ ਕੇ ਗੁੰਮ-ਸੁੰਮ ਹੋਈ, ਪਿੰਡਾ ਵੱਟ ਕੇ ਤੇ ਸੁਨਸਾਨ ਕੀਤਾ। ਡੁੱਬੀ ਵਿੱਚ ਦਲੀਲ ਦੇ ਖਾਹ ਗੋਤਾ, ਸੈਰ ਜਾ ਪਾਤਾਲ ਡੂੰਘਾਣ ਕੀਤਾ, ਸੂਰਤ ਪੀਰ ਦੀ ਵਿੱਚ ਤਸਵੀਰ ਹੋ ਕੇ ਰੁਜੂ ਰੱਬ ਦੀ ਤਰਫ ਰਵਾਨ ਕੀਤਾ। ਜਾਤਾ ਇੱਕ ਖੁਦਾ ਬਰਹੱਕ ਜੱਟੀ, ਦੂਈ ਦੂਰ ਜਿਉਂ ਰੱਦ ਸ਼ੈਤਾਨ ਕੀਤਾ। ਹੋਈਆਂ ਸਭੇ ਕੁਦਰਤਾਂ ਦੂਰ ਵਿੱਚੋਂ, ਦਿਲ ਹੀਰ ਦਾ ਨੂਰ ਨੂਰਾਨ ਕੀਤਾ। ਕਬਰ ਤੱਕ ਨ ਭੁੱਲ ਸਾਂ ਰਾਂਝਣਾ ਵੇ, ਮੇਰੇ ਨਾਲ ਜੋ ਤੁਧ ਅਹਿਸਾਨ ਕੀਤਾ। ਵਾਰਿਸ ਸ਼ਾਹ ਫਿਰਾਕ ਦੇ ਨਾਲ ਜੱਟੀ, 12 ਮਾਹ ਦਾ ਜ਼ਿਕਰ ਬਿਆਨ ਕੀਤਾ। ਇਹਨਾਂ ਖਿਆਲਾਂ ਵਿੱਚ ਪਿਆ ਹੋਇਆ ਹੀ ਮੈਂ ਰਾਂਝੇ ਤੇ ਹੀਰ ਦੇ ਦੇਸ ਦੀ ਯਾਤਰਾ ਕਰਨ ਦਾ ਫੈਸਲਾ ਵੀ ਕਰ ਲਿਆ ਸੀ। ਸ਼ਹਿਰ ਦੇ ਬਾਹਰਲੇ ਹਿੱਸੇ ਦੀ ਨਾ ਮਾਤਰ ਜਿਹੀ ਆਬਾਦੀ ਵਿੱਚੋਂ ਲੰਘ ਰਹੇ ਸਾਂ। ਸਾਨੂੰ ਆਉਂਦਿਆਂ ਵੇਖ ਕੇ ਦੂਰੋਂ ਹੀ ਇੱਕ ਦੈਂਤ ਵਰਗੇ ਜੁੱਸੇ ਵਾਲਾ ਆਦਮੀ ਆਪਣੇ ਮਕਾਨ ਦੇ ਬਰਾਂਡੇ ਵਿੱਚੋਂ ਉੱਠ ਕੇ ਸੜਕ ਦੇ ਐਨ ਵਿਚਕਾਰ ਆ ਖਲੋਤਾ, ਜਿਵੇਂ ਸਾਡਾ ਰਾਹ ਰੋਕਣਾ ਚਾਹੁੰਦਾ ਹੋਵੇ। ਉਸ ਦਾ ਰੰਗ ਸ਼ਾਹ ਕਾਲਾ, ਸਿਰ ਤੇ ਬੁਰਸ਼ ਵਾਂਗ ਖਲੋਤੇ ਹੋਏ ਵਾਲ, ਅੱਖਾਂ ਤੇ ਮੋਟੀਆਂ-ਮੋਟੀਆਂ ਐਨਕਾਂ, ਚਿੱਟੀ ਮਲਮਲ ਦਾ ਲੰਮਾ ਕੁੜਤਾ ਤੇ ਸਲਵਾਰ। ਉਹ ਉੱਚੀ-ਉੱਚੀ ਬੋਲਿਆ, ਕਿਉਂ ਪ੍ਰੋਫੈਸਰ ਸਾਹਿਬ, ਅੱਜ ਇਸ ਪਾਸੇ ਕਿਕਣ ਭੁੱਲ ਕੇ ਆ ਗਏ ਹੋ? ਅੰਜੁਮ ਨੇ ਨੇੜੇ ਜਾ ਕੇ ਮੇਰਾ ਤਾਰੁਫ ਕਰਵਾਇਆ ਤੇ ਦੱਸਿਆ ਕਿਵੇਂ ਪੰਜਾਬੀ ਸਾਹਿਤ ਤੇ ਵਾਰਿਸ ਸ਼ਾਹ ਮੈਨੂੰ ਬੜੀ ਦੂਰੋਂ ਖਿੱਚ ਕੇ ਲਿਆਇਆ ਹੈ। ਹਾਲੀ ਅੰਜੁਮ ਹੋਰਾਂ ਦੀ ਗੱਲ ਪੂਰੀ ਨਹੀਂ ਸੀ ਹੋਈ ਕਿ ਉਹ ਸ਼ਖਸ ਆਪਣੀ ਭਾਰੀ ਤੇ ਗਰਜਵੀਂ ਆਵਾਜ਼ ਵਿੱਚ ਮੇਰੇ ਵੱਲ ਮੁਖਾਤਬ ਹੋਇਆ। ਇਹ ਤਾਂ ਸਾਣੀ ਸਾਹਿਬ ਬਹੁਤ ਚੰਗਾ ਕੀਤਾ ਨੇ। ਵੇਖੋ ਨਾ, ਇੰਗਲੈਂਡ ਦਾ ਇੱਕ ਬੜਾ ਸ਼ਾਇਰ ਆਈ ਕੀਟਸ, ਉਸ ਆਪਣੀ ਕਿਤਾਬ ਵਿੱਚ ਲਿਖਿਆ ਭਾਈ ਸ਼ਾਇਰ ਨੂੰ ਉਸੇ ਜ਼ਬਾਨ ਵਿੱਚ ਸ਼ਾਇਰੀ ਕਰਨੀ ਚਾਹੀਦੀ ਹੈ ਜਿਹੜੀ ਉਸ ਨੂੰ ਆਪਣੀ ਮਾਂ ਦੇ ਦੁੱਧ ਵਿੱਚ ਮਿਲੀ ਹੋਵੇ। ਮੈਂ ਹੱਕਾ-ਬੱਕਾ ਹੋ ਕੇ ਬੁੱਤ ਵਾਂਗ ਉਸ ਵੱਲ ਤੱਕਦਾ ਰਹਿ ਗਿਆ, ਜਿਵੇਂ ਹੋਸ਼ ਹਵਾਸ ਗੁੰਮ ਹੋ ਗਏ ਹੋਣ। ਉਹਨੇ ਆਪਣੇ ਅੱਤ ਉੱਚੇ ਕੱਦ ਦੀ ਉਚਾਈ ਤੋਂ ਹੇਠਾਂ ਮੇਰੇ ਵੱਲ ਘੂਰਦਿਆਂ ਆਖਿਆ, ਐਡਾ ਹੈਰਾਨ ਕਾਈ ਤੋਂ ਪਏ ਹੁੰਦੇ ਹੋ? ਮੈਂ ਕਈ ਗਲਤ ਗੱਲ ਆਖੀਏ? ਮੈਂ ਜਵਾਬ ਦਿੱਤਾ, ਤੁਹਾਨੂੰ ਕੀ ਦੱਸਾਂ, ਦੂਰ ਖਲੋਤੇ ਤੁਸੀਂ ਮੈਨੂੰ ਕੋਈ ਗੈਬੀ ਹਸਤੀ ਜਾਪੇ ਸੋ, ਤੇ ਹੁਣ ਯਕੀਨ ਹੋ ਗਿਆ ਤੁਸੀਂ ਸੱਚਮੁੱਚ ਗੈਬੀ ਹਸਤੀ ਹੋ। ਤੇ ਫਿਰ ਮੈਨੂੰ ਉਹਨਾਂ ਦੇ ਮੂੰਹੋਂ ਨਿਕਲੇ ਕੀਟਸ ਦੇ ਇਹਨਾਂ ਸ਼ਬਦਾਂ ਨੇ ਹੀ ਝੰਗ ਆਉਣ ਲਈ ਪ੍ਰੇਰਿਆ ਸੀ। ਸੁਣ ਕੇ ਉਹ ਵੀ ਕਾਫੀ ਹੈਰਾਨ ਹੋਏ। ਅਲੌਕਿਕ ਗੱਲਾਂ ਵਿੱਚ ਵਿਸ਼ਵਾਸ ਨਾ ਰੱਖਦਿਆਂ ਵੀ
ਅੱਜ ਇਹ ਸਤਰਾਂ ਲਿਖਦਿਆਂ ਮੈਨੂੰ ਫੇਰ ਭਰਮ ਹੋ ਰਿਹਾ ਹੈ ਕਿ ਜ਼ਰੂਰ ਸਾਡੀ ਉਸ ਮਿਲਣੀ ਵਿੱਚ ਗੈਬ ਦਾ ਹੱਥ ਸੀ। ਹੁਣ ਚੁੱਪਚਾਪ ਉਹ ਵਿਅਕਤੀ ਵੀ ਸਾਡੇ ਨਾਲ ਤੁਰ ਪਏ ਤੇ ਉਸ ਤੋਂ ਬਾਅਦ ਸਾਰਾ ਵਕਤ ਖਾਮੋਸ਼ ਹੀ ਰਹੇ। ਮਕਬਰਾ ਵੇਖ ਆਉਣ ਮਗਰੋਂ ਜਿਵੇਂ ਮਿਲੇ ਸਨ ਉਵੇਂ ਵਿਛੜ ਵੀ ਗਏ। ਦੁਬਾਰਾ ਉਹਨਾਂ ਨਾਲ ਮੁਲਾਕਾਤ ਨਾ ਹੋਈ। ਉਹ ਸ਼ਹਿਰ ਦੇ ਇੱਕ ਉੱਘੇ ਵਕੀਲ ਸਨ। ਹੀਰ ਦੇ ਮਕਬਰੇ ਵਿੱਚ ਕੋਈ ਵਿਸ਼ੇਸ਼ ਗੱਲ ਨਹੀਂ। ਛੋਟੀ ਜਿਹੀ ਢੱਕੀ ਉੱਤੇ ਇਹ ਯਾਦਗਾਰ ਬਣੀ ਹੋਈ ਹੈ। ਇਹਦੇ 4 ਮਨਾਰੇ ਹਨ ਜਿਨ੍ਹਾਂ ਨੂੰ ਵੇਖ ਕੇ ਗੁੰਬਦ ਦਾ ਨਾ ਹੋਣਾ ਅਧੂਰੇਪਨ ਦਾ ਅਹਿਸਾਸ ਕਰਾਂਦਾ ਹੈ। ਅੰਦਰ ਜਾ ਕੇ ਪਤਾ ਲੱਗਦਾ ਹੈ ਕਿ ਗੁੰਬਦ ਬਣਾਉਣਾ ਸ਼ੁਰੂ ਕੀਤਾ ਗਿਆ ਸੀ, ਪਰ ਸ਼ਾਇਦ ਹੀਰ ਦੀ ਜ਼ਿੰਦਗੀ ਦੇ ਅਧੂਰੇਪਨ ਵੱਲ ਧਿਆਨ ਕਰਕੇ ਉਹਨੂੰ ਵੀ ਅੱਧ ਵਿਚਾਲੇ ਛੱਡ ਦਿੱਤਾ ਗਿਆ ਹੈ। ਹੁਣ ਕਬਰ ਕੋਲ ਖਲੋ ਕੇ ਉੱਪਰ ਵੇਖੋ ਤੇ ਅਧੂਰੇ ਗੁੰਬਦ ਦੇ ਦਾਇਰੇ ਵਿੱਚੋਂ ਅਸਮਾਨ ਨਜ਼ਰ ਆਉਂਦਾ ਹੈ। ਕਹਿੰਦੇ ਨੇ ਮੀਂਹ ਵਸੇ ਪਾਣੀ ਕਬਰ ਉੱਤੇ ਨਹੀਂ ਡਿੱਗਦਾ। ਇਹ ਗੱਲ ਤਾਂ ਮੰਨਣੀ ਔਖੀ ਹੈ, ਪਰ ਨਿਸ਼ਚੇ ਨਾਲ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਰਾਤ ਵੇਲੇ ਹੀਰ ਦੀ ਕਬਰ ਤੇ ਤਾਰਿਆਂ ਦੀ ਲੌ ਜ਼ਰੂਰ ਪੈਂਦੀ ਹੋਵੇਗੀ। ਕਬਰ ਦੇ ਸਿਰਹਾਣੇ ਉਰਦੂ ਵਿੱਚ ਇੱਕ ਪੱਥਰ ਉੱਪਰ ਲਿਖਿਆ ਹੈ ਕਿ ਇਹ ਹੀਰ ਤੇ ਰਾਂਝੇ ਦੋਹਾਂ ਦੀ ਸਾਂਝੀ ਕਬਰ ਹੈ। ਉਹ ਸਾਰੀ ਇਬਾਰਤ ਇਤਨੀ ਵੱਧ ਜਜ਼ਬਾਤੀ ਹੈ ਕਿ ਉਹਨੂੰ ਪੜ੍ਹ ਕੇ ਸਾਰੇ ਮਕਬਰੇ ਦੀ ਅਸਲੀਅਤ ਉੱਪਰ ਸ਼ੱਕ ਜਿਹਾ ਹੋਣ ਲੱਗ ਪੈਂਦਾ ਹੈ ਤੇ ਉਹ ਖੇਡ ਜਿਹੀ ਜਾਪਣ ਲੱਗ ਪੈਂਦਾ ਹੈ। ਆਲੇ ਦੁਆਲੇ ਦੀਆਂ ਕੰਧਾਂ ਪੈਨਸਲਾਂ ਨਾਲ ਚਿੱਤਰੇ ਨਾਵਾਂ ਤੇ ਵਾਕਾਂ ਨਾਲ ਕਾਲੀਆਂ ਹੋਈਆਂ ਪਈਆਂ ਹਨ। ਮਜ਼ਾਰ ਵੇਖਣ ਆਉਣ ਵਾਲਿਆਂ ਵਿੱਚੋਂ ਕਈਆਂ ਨੇ ਆਪਣੇ ਦਿਲਾਂ ਦੇ ਦੁੱਖੜੇ ਤੇ ਹੋਰ ਖੌਰੇ ਕੀ ਲਿਖ ਮਾਰਿਆ ਹੈ। ਹੀਰ ਨੇ ਕਾਜ਼ੀ ਅੱਗੇ ਆਪਣੇ ਇਸ਼ਕ ਨੂੰ ਜ਼ਿੰਦਾ ਰੱਬ ਗਵਾਹ ਸੀ, ਦੁਨੀਆ ਦੀਆਂ ਨਜ਼ਰਾਂ ਵਿੱਚ ਆਦਰਯੋਗ ਤੇ ਬਾਰਸੂਖ ਬਣਾਉਣ ਦੇ ਲਈ ਕਹਿਰ ਦੇ ਹੀਲੇ ਕੀਤੇ ਸਨ। ਪਰ ਉਹਦੀਆਂ ਹੱਡੀਆਂ ਦੇ ਨਾਲ ਹੁੰਦੀ ਬੇਤਕੱਲਫੀ ਨੂੰ ਵੇਖ ਕੇ ਬੰਦਾ ਇਸ ਨਤੀਜੇ ਤੇ ਪੁੱਜਦਾ ਹੈ ਕਿ ਮਰਨ ਤੋਂ 400 ਸਾਲ ਬਾਅਦ ਵੀ ਉਹ ਆਪਣੇ ਮਨੋਰਥ ਵਿੱਚ ਕਾਮਯਾਬ ਨਹੀਂ ਹੋਈ। ਮਿਸਾਲ ਵਜੋਂ ਇੱਕ ਮਨਚਲੇ ਨੌਜਵਾਨ ਨੇ ਲਿਖਿਆ ਸੀ, ਅਗਰ ਕੋਈ ਟੈਡੀ गर्ल रुस्तमे पाकिस्तान भोलू पहलवान से शादी करना मंजूर करे तो मैं माई हीर के मज़ार पर 100 नफल चढ़ाऊंगा। ਹੀਰ ਦੇ ਮਕਬਰੇ ਤੋਂ ਵਾਪਸ ਆ ਕੇ ਅੰਜੁਮ ਤਕੀ ਤੇ ਮੈਂ ਫੇਰ ਸਿਕਿਉਰਿਟੀ ਪੁਲਿਸ ਦੇ ਇੰਸਪੈਕਟਰ ਚੌਧਰੀ ਸਾਹਿਬ ਦੀ ਤਲਾਸ਼ ਵਿੱਚ ਜੁਟ ਪਏ। ਇਤਨੀ ਉਤਾਵਲ ਕਰਨ ਦੀ ਵੈਸੇ ਲੋੜ ਕੋਈ ਨਹੀਂ ਸੀ। ਕਾਨੂੰਨ ਅਨੁਸਾਰ ਗੈਰ ਮੁਲਕੋਂ ਆਇਆਂ ਨੂੰ ਨਵੀਂ ਥਾਂ ਪੁੱਜ ਕੇ 24 ਘੰਟੇ ਦੇ ਅੰਦਰ ਪੁਲਿਸ ਦੇ ਸਟੇਸ਼ਨ ਉੱਤੇ ਹਾਜ਼ਰੀ ਭਰਨੀ ਪੈਂਦੀ ਹੈ। ਅੱਜ ਜੁੰਮੇ ਦੀ ਛੁੱਟੀ ਸੀ, ਇਸ ਕਾਰਨ ਇਹ ਕੰਮ ਕੱਲ ਤੇ ਛੱਡਿਆ ਜਾ ਸਕਦਾ ਸੀ, ਪਰ ਬਦਕਿਸਮਤੀ ਦੇ ਨਾਲ ਇਹਨਾਂ ਗੱਲਾਂ ਦਾ ਮੈਨੂੰ ਅਜੇ ਪਤਾ ਨਹੀਂ ਸੀ। ਲਾਹੌਰ ਵਿੱਚ ਡਾਕਟਰ ਨਜ਼ੀਰ ਦੇ ਨਿੱਜੀ ਸਕੱਤਰ ਸਾਹਿਬ ਨੇ ਸਾਰੀ ਖੇਚਲ ਆਪਣੇ ਜ਼ਿੰਮੇ ਲਈ ਹੋਈ ਸੀ। ਕਦੇ ਮੇਰੇ ਕੋਲੋਂ ਪਾਸਪੋਰਟ ਲੈ ਜਾਂਦੇ ਸਨ, ਕਦੇ ਵਾਪਸ ਕਰ ਜਾਂਦੇ ਸਨ। ਤੁਰਨ ਵੇਲੇ ਉਹਨਾਂ ਮੇਰੇ ਹੱਥ ਇੱਕ ਲੰਮਾ ਜਿਹਾ ਕੋਰਾ ਕਾਗਜ਼ ਫੜਾ ਦਿੱਤਾ ਸੀ ਤੇ ਸਰਕਾਰੀ ਤੌਰ ਤੇ ਆਖਿਆ ਸੀ, ਝੰਗ ਪੁੱਜ ਕੇ ਪਾਸਪੋਰਟ ਤੇ ਇਹ ਕਾਗਜ਼ ਪੁਲਿਸ ਸਟੇਸ਼ਨ ਉੱਤੇ ਵਿਖਾ ਲੈਣਾ। ਹੋਰ ਨਾ ਉਹਨਾਂ ਕੁਝ ਦੱਸਿਆ ਤੇ ਨਾ ਹੀ ਮੈਂ ਪੁੱਛਿਆ। ਇਸ ਅਗਿਆਨਤਾ ਦੀ ਇਤਨੀ ਵੱਡੀ ਸਜ਼ਾ ਭੁਗਤਣੀ ਪਏਗੀ, ਇਸ ਗੱਲ ਦਾ ਮੈਨੂੰ ਕੋਈ ਅਨੁਮਾਨ ਨਹੀਂ ਸੀ। ਪਹਿਲਾਂ ਅਸੀਂ ਦੁਬਾਰਾ ਚੌਧਰੀ ਸਾਹਿਬ ਦੇ ਘਰ ਗਏ, ਉਹ ਹਾਲੀ ਵੀ ਨਹੀਂ ਸੀ ਆਏ। ਮੁੜ ਪੁਲਿਸ ਲਾਈਨ, ਉੱਥੇ ਵੀ ਕਿਸੇ ਨੂੰ ਉੱਗ-ਸੁੱਗ ਨਹੀਂ ਸੀ। ਉਡੀਕਣ ਤੋਂ ਸਿਵਾ ਹੁਣ ਕੋਈ ਚਾਰਾ ਨਹੀਂ ਸੀ, ਇਸ ਲਈ ਬਗੀਚੇ ਵਿੱਚ ਲੈਫਟ ਰਾਈਟ ਕਰਨ ਲੱਗ ਪਏ। ਅੰਜੁਮ ਤੱਕੀ ਵੀ ਉਤਨੇ ਹੀ ਨਾ ਤਜਰਬਾਕਾਰ ਸਨ ਜਿਤਨਾ ਕਿ ਮੈਂ। ਸ਼ਾਮਾਂ ਸੰਘਣੀਆਂ ਹੋ ਚਲੀਆਂ ਸਨ ਜਦੋਂ ਅਖੀਰ ਇੰਸਪੈਕਟਰ ਸਾਹਿਬ ਦੂਰੋਂ ਆਉਂਦੇ ਦਿਸੇ। ਉਸ ਵੇਲੇ ਅਸੀਂ ਫੇਰ ਟਹਿਲਦੇ ਉਹਨਾਂ ਦੇ ਘਰ ਕੋਲ ਉੱਪੜ ਗਏ ਸਾਂ। ਖੌਰੇ ਕਿਸੇ ਉੜਤੀ ਚਿੜੀਆਂ ਨੇ ਉਹਨਾਂ ਨੂੰ ਸਾਡੀ ਪਹਿਲਾਂ ਤੋਂ ਖਬਰ ਦੇ ਦਿੱਤੀ ਸੀ। ਦੂਰੋਂ ਹੀ ਆਵਾਜ਼ ਉੱਚੀ ਕਰਕੇ ਬੋਲੇ, ਮਿਸਟਰ ਬਲਰਾਜ ਸਾਣੀ, ਸਾਨੂੰ ਤੁਹਾਡੇ ਆਉਣ ਦੀ ਇਤਲਾਹ ਮਿਲ ਚੁੱਕੀ ਹੈ। ਆਪਣੇ ਵੱਲੋਂ ਉਹਨਾਂ ਸੁਭਾਅ ਆਖਿਆ ਹੋਣਾ, ਪਰ ਸਾਨੂੰ ਇੰਜ ਜਾਪਿਆ ਜਿਵੇਂ ਉਹਨਾਂ ਕਿਸੇ ਮਫਰੂਰ ਮੁਲਜ਼ਮ ਨੂੰ ਖਬਰਦਾਰ ਕੀਤਾ ਹੈ। ਪਹਿਲਾਂ ਉਹ ਡਿਊਟੀ ਵਿੱਚੋਂ, ਜਿੱਥੇ ਉਹਨਾਂ ਦੇ ਜ਼ਈਫ ਪਿਤਾ ਮੰਜੀ ਉੱਪਰ ਲੇਟੇ ਹੋਏ ਸਨ, 2 ਖਸਤਾ ਹਾਲ ਜਿਹੀਆਂ ਲਪੇਟਣੀਆਂ ਆਰਾਮ ਕੁਰਸੀਆਂ ਕੱਢ ਲਿਆਏ ਤੇ ਆਪਣੇ ਹੱਥ ਨਾਲ ਝਾੜ ਪੂੰਝ ਕੇ ਸਾਡੇ ਲਈ ਡਾ ਦਿੱਤੀਆਂ। ਇਸ ਮੁਰੱਵਤ ਭਰੇ ਸਲੂਕ ਨੇ ਸਾਨੂੰ ਬੜਾ ਮੁਤਾਸਰ ਕੀਤਾ। ਫਿਰ ਇੱਕ ਹੋਰ ਕੁਰਸੀ ਲਿਆ ਕੇ ਆਪ ਵੀ ਬਹਿ ਗਏ। ਨਿਰਸੰਦੇਹ ਸਾਡਾ ਕੰਮ ਫਟਾਫਟ ਹੋ ਜਾਵੇਗਾ, ਮੈਂ ਸੋਚਿਆ। ਬੜੇ ਅਦਬ ਦੇ ਨਾਲ ਮੈਂ ਆਪਣਾ ਪਾਸਪੋਰਟ ਤੇ ਕੋਰਾ ਕਾਗਜ਼, ਜਿਸ ਦੀ ਅਹਿਮੀਅਤ ਦਿਨੋਂ ਦਿਨ ਪਾਸਪੋਰਟ ਤੋਂ ਵੱਧਦੀ ਜਾਣੀ ਸੀ, ਉਹਨਾਂ ਦੀ ਖਿਦਮਤ ਵਿੱਚ ਪੇਸ਼ ਕੀਤਾ। ਇਹਨਾਂ ਨੂੰ ਉਹ ਕਾਫੀ ਚਿਰ ਗੌਰ ਨਾਲ ਵੇਖਦੇ ਰਹੇ ਤੇ ਫਿਰ ਦੂਰੋਂ ਲੰਘਦੇ ਇੱਕ ਸਿਪਾਹੀ ਨੂੰ ਆਵਾਜ਼ ਮਾਰ ਕੇ ਹੁਕਮ ਦਿੱਤਾ ਕਿ ਦਫ਼ਤਰੀ ਦੇ ਕੁਆਟਰ ਜਾ ਕੇ ਉਹਨੂੰ ਪਾਸਪੋਰਟ ਵਾਲਾ ਰਜਿਸਟਰ ਲੈ ਕੇ ਜਲਦੀ ਆਉਣ ਲਈ ਆਖੇ। ਦਫ਼ਤਰੀ ਦੇ ਆਉਣ ਤੱਕ ਉਹ ਫੇਰ ਬੜੀ ਸੁਹਿਰਦਤਾ ਦੇ ਨਾਲ ਗੱਲਬਾਤ ਕਰਦੇ ਰਹੇ। ਚਾਹ ਪਾਣੀ ਪੁੱਛਿਆ, ਸਿਗਰਟ ਪੇਸ਼ ਕੀਤਾ। ਅਸੀਂ ਉਹਨਾਂ ਦੀ ਨਿਰਮਾਣਤਾ ਤੇ ਸ਼ਰਾਫਤ ਦੇ ਰੱਜ ਕੇ ਕਾਇਲ ਹੁੰਦੇ ਜਾ ਰਹੇ ਸਾਂ। ਰਜਿਸਟਰ, ਕਲਮ, ਦਵਾਤ ਆਦਿ ਲੈ ਕੇ ਦਫ਼ਤਰੀ ਆ ਗਿਆ। ਉਸਨੇ ਚਿੱਟੀ ਸਲਵਾਰ ਕਮੀਜ਼ ਪਾਈ ਹੋਈ ਸੀ ਅਤੇ ਸਿਰ ਤੇ ਨੀਲੇ ਬਲੇਜ਼ਰ ਦੀ ਗੋਲ ਬੈਰੇ ਭਾਵ ਟੋਪੀ, ਜੋ ਬੜੀ ਕੌਤਕਮਈ ਲੱਗਦੀ ਸੀ। ਰਜਿਸਟਰ ਨੂੰ ਗੋਡਿਆਂ ਉੱਪਰ ਖੋਲ ਕੇ
ਚੌਧਰੀ ਸਾਹਿਬ ਨੇ ਪਾਸਪੋਰਟ ਦੇ ਵਰਕੇ ਫੇਰ ਪਲਟਾਣੇ ਸ਼ੁਰੂ ਕੀਤੇ। ਪਾਸਪੋਰਟ ਹੱਥ ਵਿੱਚ ਫੜਨ, ਖੋਲ੍ਹਣ ਅਤੇ ਵਰਕੇ ਪਰਤਾਣ ਦਾ ਢੰਗ ਮੈਂ ਵੇਖਿਆ ਹੈ। ਹਰ ਮੁਲਕ, ਹਰ ਪੁਲਿਸ ਵਾਲਿਆਂ ਦਾ ਹੂ-ਬਹੂ ਇੱਕੋ ਜਿਹਾ ਹੁੰਦਾ ਹੈ। ਖੌਰੇ ਇਸ ਦਾ ਕੀ ਰਾਜ਼ ਹੈ? ਉਸ ਵੇਲੇ ਪੁਲਿਸ ਅਫਸਰ ਦੇ ਚਿਹਰੇ ਉੱਤੇ ਅਜੀਬ ਤਰ੍ਹਾਂ ਦੀ ਭਾਵ-ਸ਼ੂਨਤਾ ਆ ਜਾਂਦੀ ਹੈ, ਜਿਵੇਂ ਮੌਕੇ ਦੀ ਨਜ਼ਾਕਤ ਦੇ ਇਹਤਰਾਮ ਵਜੋਂ ਉਸਨੇ ਆਪਣੇ ਸ਼ਖਸੀ ਜਜ਼ਬਿਆਂ ਨੂੰ ਮਨ ਦੀ ਕਿਸੇ ਵੱਖ ਅਲਮਾਰੀ ਵਿੱਚ ਬੰਦ ਕਰ ਦਿੱਤਾ ਹੋਵੇ। ਪਾਸਪੋਰਟ ਦਾ ਮੁਆਇਨਾ ਕਰ ਚੁੱਕਣ ਤੋਂ ਬਾਅਦ ਉਹਨੇ ਇੱਕ ਲੰਮਾ ਸਾਹ ਭਰਿਆ ਤੇ ਕਲਮ ਨਾਲ ਦਫ਼ਤਰੀ ਦੇ ਹੱਥ ਫੜੀ ਦਵਾਤ ਵਿੱਚ ਡੋਬਾ ਮਾਰਿਆ। ਮੁਰਾਦਾਂ ਪੂਰਕ ਸ਼ੁਭ ਘੜੀ ਦੇ ਆਗਮਨ ਦੀ ਖੁਸ਼ੀ ਵਿੱਚ ਤਕੀ ਤੇ ਮੈਂ ਕੁਰਸੀਆਂ ਤੇ ਜ਼ਰਾ ਉਚੇਚੇ ਹੋ ਕੇ ਬਹਿ ਗਏ। ਕਲਮ ਦੀ ਨਿੱਬ ਸੁਖਾਵੀਂ ਲਹਿ ਨਾਲ ਦਵਾਤ ਚੋਂ ਨਿਕਲ ਕੇ ਰਜਿਸਟਰ ਦੇ ਐਨ ਪਹਿਲੇ ਖਾਨੇ ਉੱਪਰ ਮੰਡਲਾਣ ਲੱਗ ਪਈ। ਪਰ ਉਹਨੂੰ ਕਾਗਜ਼ ਨਾਲ ਮੇਲਦੇ ਜਿਵੇਂ ਸਾਡੇ ਇਸ਼ਤਿਆਕ ਵਿੱਚ ਹੋਰ ਵਾਧਾ ਕਰਨਾ ਚਾਹੁੰਦੇ ਹੋਣ, ਉਹ ਅਚਾਨਕ ਰੁਕ ਗਏ। ਮੈਨੂੰ ਇੰਜ ਭਾਸਿਆ ਜਿਵੇਂ ਵਤਨੋਂ ਕੂਚ ਕਰਨ ਤੋਂ ਪਹਿਲਾਂ ਦੇ ਮੇਰੇ ਜੀਵਨ ਦੀ ਕੋਈ ਭੁੱਲੀ ਵਿਸਰੀ ਪਰਿਸਥਿਤੀ, ਜਿਸ ਨਾਲ ਮੈਂ ਜਾਣ ਪਛਾਣ ਰੱਖਦਾ ਸਾਂ, ਅੱਜ ਫੇਰ ਉਜਾਗਰ ਹੋ ਕੇ ਸਾਹਮਣੇ ਆ ਗਈ। ਖੂਹ ਦੇ ਡੋਲ ਵਾਂਗ ਮੇਰਾ ਦਿਲ ਹੇਠਾਂ ਲਹਿਣ ਲੱਗ ਪਿਆ। ਅੰਤ ਬਿਨਾਂ ਕੁਝ ਲਿਖੇ ਰਜਿਸਟਰ ਬੰਦ ਕਰਕੇ ਉਹਨਾਂ ਦਫ਼ਤਰੀ ਦੇ ਹੱਥ ਫੜਾ ਦਿੱਤਾ ਤੇ ਕੁਰਸੀ ਤੋਂ ਉੱਠ ਖਲੋਤੇ। ਕਹਿਣ ਲੱਗੇ, ਚਲੋ ਦਫ਼ਤਰ ਚੱਲੀਏ। ਉਹਨਾਂ ਦੇ ਪਿੱਛੇ ਤੁਰ ਕੇ ਅਸੀਂ ਇੱਕ ਵਾਰੀ ਫੇਰ ਪੁਲਿਸ ਲਾਈਨ ਜਾ ਪੁੱਜੇ। ਦਫ਼ਤਰ ਦੀ ਕੁਰਸੀ ਤੇ ਬਹਿੰਦਿਆਂ ਸਾਰ ਉਹਨਾਂ ਦਾ ਅਫਸਰੀ ਰੂਪ ਖੂਬ ਨਿਖਰ ਪਿਆ। ਮੇਜ਼ ਉੱਪਰ ਕੂਣੀਆਂ ਟਿਕਾ ਕੇ ਅਤੇ ਉਹਦੇ ਥੱਲੇ ਲੱਤਾਂ ਹਿਲਾ ਕੇ ਉਹਨਾਂ ਸਵਾਲਾਂ ਦੀ ਵਾਛੜ ਸ਼ੁਰੂ ਕੀਤੀ। ਤੁਸੀਂ ਕੌਣ ਹੋ? ਕਿਉਂ ਪਾਕਿਸਤਾਨ ਆਏ ਹੋ? ਕਿਤਨੇ ਅਰਸੇ ਦੇ ਲਈ? ਕਿਸ ਤਰ੍ਹਾਂ ਵੀਜ਼ਾ ਮਿਲਿਆ? ਕਿਸ ਨੇ ਦਾਵਤ ਦਿੱਤੀ ਆਉਣ ਦੀ? ਕਿੱਥੇ ਜਾ ਚੁੱਕੇ ਹੋ? ਲਾਹੌਰ ਕਿੱਥੇ ਗਏ ਸੀ? ਕਿਸ ਦੇ ਕੋਲ ਠਹਿਰੇ ਹੋ? ਉਹ ਤੁਹਾਡੇ ਕੀ ਲੱਗਦੇ ਹਨ? ਕਦੋਂ ਤੋਂ ਜਾਣਦੇ ਹੋ ਉਹਨਾਂ ਨੂੰ? ਝੰਗ ਤੁਹਾਨੂੰ ਕਿਸ ਨੇ ਬੁਲਾਇਆ ਹੈ? ਕਿਸ ਗਰਜ਼ ਨਾਲ ਆਏ ਹੋ? ਕਿਤਨੇ ਦਿਨ ਠਹਿਰੋਗੇ? ਫੇਰ ਕਿੱਥੇ ਜਾਓਗੇ? ਉੱਥੇ ਕਿਸ ਕੋਲ ਜਾਓਗੇ? ਫਿਰ ਜਿਵੇਂ ਮੇਰੀ ਦਿੱਤੀ ਵਾਕਫੀ ਨਾਲ ਤਸੱਲੀ ਨਾ ਪਈ ਹੁੰਦੀ ਹੋਵੇ, ਉਹਨਾਂ ਅੰਜੁਮ ਤਕੀ ਵੱਲ ਰਜੂ ਕੀਤਾ, ਜੋ ਵਿਚਾਰਾ ਪਲੋ ਪਲੀ ਸਹਿਮਦਾ ਜਾ ਰਿਹਾ ਸੀ। ਤੁਸੀਂ ਇਹਨਾਂ ਨੂੰ ਕਿਸ ਤਰ੍ਹਾਂ ਜਾਣਦੇ ਹੋ? ਸਵਾਲ ਕਰਦਿਆਂ ਉਹਨਾਂ ਮੇਰੇ ਵੱਲ ਇੰਜ ਇਸ਼ਾਰਾ ਕੀਤਾ ਜਿਵੇਂ ਕਾਤਲ, ਖੂਨੀ, ਉਚੱਕਾ, ਬਦਮਾਸ਼ ਇਹ ਸਾਰੇ ਵਿਸ਼ੇਸ਼ਣ ਮੈਨੂੰ ਲੱਗਦੇ ਹੋਣ। जान पहचान तो आज ही हुई है साहब। वैसे इनके बारे में सुना हुआ बहुत था। हिंदुस्तान के एक मशहूर फिल्म एक्टर हैं, बड़े अच्छे अदीब भी हैं, और फिर मेरे मेहरबान अफसर और दोस्त डॉक्टर नज़ीर अहमद साहब के मेहमान हैं। मगर यहाँ मगियाने में तो आपके मेहमान हैं ना? अफसर ने टोक के पक्के चंगी लहजे विच उर्दू बोलदे कहा। मैं आपसे पूछ सकता हूँ, आप शहर की हदूद के बाहर इनको हीर का मकबरा दिखाने के लिए कैसे ले गए? तकी चुप। मैं ओदी थां जवाब देने की जुर्रत की थी। देखिए, हीर का मकबरा देखने की गर्ज से ही तो मैं यहाँ आया हूँ। चौधरी साहब दियां पहला ही सुर्ख अखां होर सुर्ख हो गईयां। कहन लगे, जनाब कायदे से आप देख सकते हैं, बेकायदा आप कुछ भी नहीं देख सकते। पहले तो आपका वीजा ही चंग का है, मगियाने का उसमें जिक्र ही नहीं है। हमारी इजाजत के बगैर आप मगियाने के अंदर भी नहीं घूम सकते, फिर बाहर कैसे घूम सकते हैं? दिल कीता कि मैं पूछा कि जे मेरे लिए 100 कदम शहर दी हदों बाहर जाना गैर कानूनी सी, ਤਾਂ ਫਿਰ ਸਾਰੀ ਦਿਹਾੜੀ ਉਹਦੇ ਦਫ਼ਤਰ ਵਿੱਚ ਕਿਸੇ ਜਾਣਕਾਰ ਬੰਦੇ ਦਾ ਨਾ ਹੋਣਾ ਕਿਹੜੇ ਪਾਸੇ ਦਾ ਕਾਨੂੰਨ ਹੈ? ਪਰ ਮੈਂ ਸੰਭਲ ਗਿਆ। ਮੈਂ ਪਰਾਏ ਮੁਲਕ ਵਿੱਚ ਸਾਂ। ਮੇਰੇ ਵੱਲੋਂ ਹੋਈ ਕੋਈ ਵੀ ਗਲਤੀ ਮੇਰੇ ਦੇਸ਼ ਨੂੰ ਹੌਲਿਆਂ ਕਰ ਸਕਦੀ ਸੀ। ਇਹ ਅਫਸਰ ਮੇਰੇ ਨਾਲ ਨਾਜਾਇਜ਼ ਸਲੂਕ ਕਰ ਰਿਹਾ ਸੀ, ਪਰ ਇਸ ਵੇਲੇ ਚੁੱਪਚਾਪ ਸਹਿਣ ਕਰਨ ਤੋਂ ਸਿਵਾ ਕੋਈ ਚਾਰਾ ਨਹੀਂ ਸੀ। ਆਪ ਠਹਿਰੇ ਹੋਏ ਕਹਾਂ ਹੈ? ਉਹਨੇ ਫਿਰ ਰੋਸ ਭਰੇ ਅੰਦਾਜ਼ ਨਾਲ ਪੁੱਛਿਆ। ਫਿਲਹਾਲ ਮੇਰਾ ਸਾਮਾਨ ਗੈਸਟ ਹਾਊਸ में पड़ा है। ਮੈਂ ਜਵਾਬ ਦਿੱਤਾ। ਮੈਨੂੰ ਆਸ ਹੋਈ ਕਿ ਤਕੀ ਅੰਜੁਮ ਧੜੱਲੇ ਨਾਲ ਮੈਨੂੰ ਆਪਣਾ ਮਹਿਮਾਨ ਕਬੂਲਣਗੇ, ਕਿਉਂਕਿ ਉਹ ਮੈਨੂੰ ਆਪਣੇ ਘਰ ਠਹਿਰਾਣ ਤੇ ਕਾਫੀ ਇਸਰਾਰ ਕਰ ਚੁੱਕੇ ਸਨ। ਪਰ ਉਹ ਸਹਿਮ ਦੇ ਮਾਰਿਆਂ ਕੁਝ ਨਾ ਬੋਲੇ। ਹੁਣ ਮੈਂ ਆਪਣੇ ਆਪ ਨੂੰ ਪੂਰਨ रूप अनाथ महसूस किया। गेस्ट हाउस आपके ठहरने की जगह नहीं है, वो हमारे अफसरों के ठहरने के लिए बनाया गया है। आप वहां नहीं ठहर सकते। आप जहां फरमाएंगे मैं वहीं ठहर जाऊंगा। आप इनको जैल घर में ले जाएं। उसने तकी अंजुम ਨੂੰ ਕਿਹਾ। बहुत अच्छी सराय मुसाफिरों के लिए बनी हुई है। ਗੈਸਟ ਹਾਊਸ ਵਿੱਚੋਂ ਨਿਰਵਾਸਿਤ ਹੋ ਕੇ ਸਰਾਂ ਵਿੱਚ ਧੱਕੇ ਜਾਣ ਦੀ ਨਿਰਾਦਰੀ ਵੀ ਘੱਟ ਨਹੀਂ ਸੀ, ਪਰ ਉਸ ਤੋਂ ਜ਼ਿਆਦਾ ਮੈਨੂੰ ਸਰਾਂ ਸ਼ਬਦ ਸੁਣਦਿਆਂ ਸਾਰ ਕਲਪਨਾ ਵਿੱਚ ਉਜਾਗਰ ਹੋਈਆਂ ਤਸਵੀਰਾਂ ਭੈਭੀਤ ਕਰਨ ਲੱਗ ਪਈਆਂ। ਮੈਂ ਅੱਜ ਤੀਕ ਨਾ ਸਰਾਂ ਵਿੱਚ ਕਦੇ ਰਿਹਾ ਸਾਂ ਤੇ ਨਾ ਕੋਈ ਸਰਾਂ ਵੇਖੀ ਸੀ, ਪਰ ਜੇ ਇਹ ਬੇਦਰਦ ਇੰਸਪੈਕਟਰ ਮੈਨੂੰ ਇੱਥੋਂ ਭੇਜ ਰਿਹਾ ਹੈ ਤਾਂ ਉਹ ਜ਼ਰੂਰ ਕੋਈ ਗੰਦੀ ਤੇ ਦੁਖਾਵੀਂ ਥਾਂ ਹੋਵੇਗੀ। ਖੌਰੇ ਕਿਹੋ ਜਿਹੇ ਲੋਕ ਹੋਣਗੇ ਉੱਥੇ, ਖੌਰੇ ਕੀ ਸਲੂਕ ਕਰਨਗੇ ਇੱਕ ਕੱਲ ਮੁਕੱਲਮੇ ਹਿੰਦੂ ਨਾਲ।
ਮੈਨੂੰ ਇੰਸਪੈਕਟਰ ਵੱਲੋਂ ਅਜਿਹੇ ਵੈਰ ਕੱਢ ਵਤੀਰੇ ਦਾ ਹੋਰ ਕੋਈ ਕਾਰਨ ਨਾ ਦਿਸਿਆ, ਸਿਵਾਏ ਇਸ ਦੇ ਕਿ ਉਹ ਮੈਨੂੰ ਆਪਣੀ ਮੁੱਠੀ ਗਰਮਾਉਣ ਤੇ ਮਜਬੂਰ ਕਰ ਰਿਹਾ ਹੋਵੇ। ਪਰ ਇਹ ਵੀ ਆਪਣੀ ਕੌਮੀ ਅਣਖ ਨੂੰ ਨੀਵਿਆਂ ਕਰਨ ਵਾਲੀ ਗੱਲ ਸੀ ਅਤੇ ਕਿਸੇ ਹੀਲੇ ਮੈਨੂੰ ਮਨਜ਼ੂਰ ਨਹੀਂ ਸੀ। ਇੱਕ ਰਾਹ ਮੈਨੂੰ ਹੋਰ ਦਿਸਿਆ, ਉਹ ਇਹ ਕਿ ਅੱਜ ਦੇ ਪਾਕਿਸਤਾਨ ਟਾਈਮਜ਼ ਅਤੇ ਸਿਵਲ ਐਂਡ ਮਿਲਟਰੀ ਗਜ਼ਟ, ਜਿਨ੍ਹਾਂ ਵਿੱਚ ਮੇਰੇ ਪਾਕਿਸਤਾਨ ਆਉਣ ਬਾਰੇ ਆਦਰ ਭਰੇ ਲੇਖ ਛਪੇ ਸਨ, ਦਾ ਹਵਾਲਾ ਦੇ ਕੇ ਆਪਣੀ ਇੱਕ ਅਸਾਧਾਰਨ ਸ਼ਖਸੀਅਤ ਹੋਣ ਦਾ ਐਲਾਨ ਕਰਦਿਆਂ। ਪਰ ਇਹ ਵੀ ਮੈਨੂੰ ਹੋਛਾ ਜਿਹਾ ਕੰਮ ਜਾਪਿਆ। ਬੁੱਧ ਭਗਵਾਨ ਦੀ ਮੂਰਤੀ ਵਾਂਗ ਸੱਤ ਸੰਤੋਖ ਦੀ ਮੁਦਰਾ ਧਾਰ ਕੇ ਬੈਠੇ ਰਹਿਣਾ ਠੀਕ ਜਚਿਆ। ਅੰਤ ਹੋਰ ਕਿਸੇ ਕਾਰਵਾਈ ਦੀ ਗੁੰਜਾਇਸ਼ ਬਣਦੀ ਨਾ ਵੇਖ ਕੇ ਇੰਸਪੈਕਟਰ ਸਾਹਿਬ ਨੇ ਰਜਿਸਟਰ ਭਰ ਹੀ ਦਿੱਤਾ। ਪਰ ਰੁਖਸਤ ਹੋਣ ਵੇਲੇ ਆਪਣੀ ਤਲਖੀ ਨੂੰ ਵਿਅਕਤ ਕਰਨ ਦੇ ਲਈ ਉਹ ਇੱਕ ਅੰਤਮ ਵਾਕਬਾਨ ਛੱਡਣ ਦੇ ਲਾਲਚ ਨੂੰ न रोक सके। ये कैमरा आप इस तरह कंधे पर डालकर नहीं घूम सकते। क्यों, फोटो लेने की मनाही है क्या? आप अपने दोस्तों की फोटो ले सकते हैं, पर कैमरे को कंधे पर उठाकर यूं घूम नहीं सकते। इसको आप सूटकेस के अंदर रखिए, सिर्फ जरूरत के वक्त निकालिए। लेकिन लाहौर में तो मुझे किसी ने नहीं रोका। ना रोका हो वो दूसरी बात है, लेकिन मैं जो कानून है वो आपको बता रहा हूँ। अच्छी बात है, मेरा किसी भी कानून की खिलाफ वर्जी करने का इरादा नहीं है। ਪੁਲਿਸ ਲਾਈਨ ਵਿੱਚੋਂ ਨਿਕਲ ਕੇ ਅਜੇ ਕੋਤਵਾਲੀ ਜਾਣਾ ਸੀ। ਉੱਪਰੋਂ ਤਾਂ ਮੈਂ ਸੁਭਾਵਕ ਰਹਿਣ ਦੀ ਕੋਸ਼ਿਸ਼ ਕੀਤੀ, ਪਰ ਅੰਦਰੋਂ ਸਹਿਮ ਤੇ ਗੁੱਸੇ ਦੇ ਨਾਲ ਮੇਰਾ ਬੁਰਾ ਹਾਲ ਸੀ। ਮੈਂ ਉਸ ਵੇਲੇ ਤੇ ਘੜੀ ਨੂੰ ਲੱਖ ਲੱਖ ਲਾਹਨਤਾਂ ਦੇ ਰਿਹਾ ਸਾਂ ਜਦੋਂ ਮੇਰੇ ਮਨ ਵਿੱਚ ਪਾਕਿਸਤਾਨ ਦੀ ਸੈਰ ਕਰਨ ਦਾ ਖਿਆਲ ਉੱਠਿਆ। ਖਾ ਗਈ ਖਸਮਾਂ ਨੂੰ ਉਹ ਸੈਰ, ਭਾਵੇਂ ਉਹ ਆਪਣੀ ਜਨਮ ਭੂਮੀ ਦੀ ਕਿਉਂ ਨਾ ਹੋਵੇ, ਜਿਸ ਲਈ ਆਪਣੀ ਗੈਰਤ ਤੇ ਇੱਜ਼ਤ ਕੁਰਬਾਨ ਕਰਨੀ ਪਏ। ਕੀ ਪਤਾ ਕੋਤਵਾਲੀ ਵਿੱਚ ਕਿਹੋ ਜਿਹਾ ਸਵਾਗਤ ਹੋਵੇ, ਕੀ ਪਤਾ ਅਗਲੇ ਮੋੜ ਉੱਤੇ ਤਕੀ ਅੰਜੁਮ ਵੀ ਸਲਾਮ ਅਲੈਕੁਮ ਕਹਿ ਕੇ ਆਪਣਾ ਰਾਹ ਫੜ ਲਏ। ਇਸ ਵਿੱਚ ਉਹਦਾ ਕਸੂਰ ਵੀ ਕੀ? ਉਹਨੂੰ ਬੈਠਿਆਂ ਬਿਠਾਇਆ ਖਾਮਖਾਹ ਦਾ ਵਕਤ ਪੱਲੇ ਪੈ ਗਿਆ। ਸੋਚਦਾ ਹੋਵੇਗਾ, ਖੌਰੇ ਕੌਣ ਖਤਰਨਾਕ ਆਦਮੀ ਹੈ, ਖੌਰੇ ਇਹਦੇ ਕਾਰਨ ਪੁਲਿਸ ਨੂੰ ਮੇਰੇ ਉੱਪਰ ਹੀ ਕੋਈ ਸ਼ੱਕ ਪੈ ਜਾਏ। ਕੱਲ ਨੂੰ ਇਹ ਤਾਂ ਤੁਰ ਜਾਏਗਾ, ਪਿੱਛੋਂ ਮੇਰਾ ਕੀ ਬਣੇਗਾ? ਪਰ ਅੰਜੁਮ ਦੇ ਮੂੰਹੋਂ ਇੱਕ ਐਸਾ ਮਨੁੱਖਤਾ ਭਰਿਆ ਵਾਕ ਸੁਣਿਆ ਜਿਸ ਨੇ ਆਪਣਤ ਦੇ ਸਰੂਰ ਨਾਲ ਮੇਰੀਆਂ ਅੱਖਾਂ ਭਿਉਂ ਦਿੱਤੀਆਂ। ਸਾਹਨੀ ਸਾਹਿਬ, मैं बहुत ही शर्मसार हूं। इन लोगों को किसी भी बात का ख्याल नहीं। भला आप भी क्या सोचते होंगे? कितनी सादगी ते सरलता सी इन्हां शब्दां विच। अपनी परवसता उपर पर्दा पाउण दा, बनावटी हमदर्दी विखाउण दा कोई उपराला नहीं सी ते ना ही मैथों पल्ला छडाउण दी कोई काल सी। मैं प्यार नाल अंजुम दा हत्थ अपने हत्थ विच लैंदिआं कहा, इसमें आप क्या कर सकते हैं और मैं भी क्या कर सकता हूं? ये तो कायदे कानून है। मुमकिन है जो कुछ आज मेरे साथ गुजरी है, पाकिस्तानी मुसाफिरों के साथ हिंदुस्तान में भी वही गुजरती हो। कोतवाली ਦੇ ਫਾਟਕ ਵਿੱਚ ਦਾਖਲ ਹੁੰਦਿਆਂ ਸੱਜੇ ਪਾਸੇ ਹਵਾਲਾਤ ਦੀ ਇੱਕ ਕੋਠੀ ਵੇਖੀ। ਇਸ ਦੀ ਕੰਧ ਵਿੱਚ ਦੋ ਸੀਖਾਂ ਜੜੀਆਂ ਵੱਡੀਆਂ ਵੱਡੀਆਂ ਮਿਹਰਾਬਾਂ ਸਨ, ਜਿਨ੍ਹਾਂ ਕਾਰਨ ਪਹਿਲੀ ਨਜ਼ਰੇ ਇਹ ਚਿੜੀਆ ਘਰ ਦਾ ਪਿੰਜਰਾ ਮਾਲੂਮ ਹੁੰਦੀ ਸੀ। ਵਿਹੜੇ ਵੱਲ ਦੀ ਮਿਹਰਾਬ ਦੇ ਐਨ ਵਿਚਕਾਰ ਸੀਖਾਂ ਨੂੰ ਫੜ ਕੇ ਇੱਕ ਜਵਾਨ ਖੜਾ ਸੀ, ਜਿਸ ਦੇ ਜੱਟਾਂ ਵਾਲੇ ਪਟੇ ਤੇ ਸ਼ਰਈ ਮੁੱਛ ਦਾੜੀ, ਉੱਚਾ ਲੰਮਾ ਕੱਦ, ਪਰ ਸਰੀਰ ਨਿਗਰਿਆ ਤੇ ਨਿਸੱਤਾ। ਸੀਖਾਂ ਦੇ ਬਾਹਰ ਉਹਦੇ ਪੈਰਾਂ ਕੋਲ ਭੂੰਜੇ ਬੈਠੀ ਹੋਈ ਉਸ ਦੇ ਘਰੋਂ ਆਈ ਕੋਈ ਤੀਵੀਂ ਪੋਟਲੀ ਵਿੱਚ ਬੱਝੀਆਂ ਵੱਡੀਆਂ ਵੱਡੀਆਂ ਤੰਦੂਰੀ ਰੋਟੀਆਂ ਤੇ ਸਾਲਣ ਖੋਲ ਰਹੀ ਸੀ, ਤੇ ਉਹ ਇੱਕ ਟੱਕ ਉਹਦੇ ਵੱਲ ਵੇਖੀ ਜਾ ਰਿਹਾ ਸੀ। ਕਿਸੇ ਸੁਗੜ ਚਿੱਤਰਕਾਰ ਦੇ ਖਿੱਚਣ ਜੋਗੀ ਤਸਵੀਰ ਸੀ ਇਹ। ਮੋਕਲਾ ਜਿਹਾ ਅੰਦਰੋਂ ਚਿੱਟੀਆਂ ਕੰਧਾਂ ਵਾਲਾ ਕਮਰਾ, ਪਰ ਜਿਹੜੀਆਂ ਕੈਦੀ ਦੇ ਸਲਵਾਰ ਤੇ ਕੁੜਤੇ ਵਾਂਗ ਮੈਲੀਆਂ ਹੋਈਆਂ ਪਈਆਂ ਸਨ। ਦੋ ਜੀਆਂ ਦੇ ਆਲੇ ਦੁਆਲੇ ਅੱਧ ਚੜੇ ਜਾਂ ਅੱਧ ਡੁੱਬੇ ਸੂਰਜ ਦੀ ਥਾਲੀ ਵਾਂਗ ਹਾਲ ਪਾਉਂਦੀ ਮਿਹਰਾਬ। ਇੰਜ ਜਾਪਦਾ ਸੀ ਜਿਵੇਂ ਮੈਕਸਿਮ ਗੋਰਕੀ ਦੀ ਆਪ ਬੀਤੀ ਵਿੱਚੋਂ ਕੋਈ ਝਾਕੀ ਵੇਖ ਰਹੇ ਹੋਈਏ।